हेलो एवरीवन, वेलकम टू मी हिंदी बच्चे। दिस इज साक्षी अग्रवाल। सो इस वीडियो ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੀਪੀਐਸਸੀ ਪ੍ਰਿੰਸੀਪਲ ਐਗਜ਼ਾਮ ਦੇ ਜਿਹੜੇ 2019 2020 ਦੇ ਵਿੱਚ ਰੀਜ਼ਨਿੰਗ ਦੇ ਕੁਐਸਚਨਸ ਆਏ ਆ। ਉਹ ਰੀਜ਼ਨਿੰਗ ਦੇ ਕੁਐਸਚਨਸ ਜਿਹੜੇ ਆ ਉਹ ਇੱਕ ਵੀਡੀਓ ਦੇ ਵਿੱਚ ਸਾਰੇ ਡਿਸਕਸ ਨਹੀਂ ਹੋ ਪਾਣਗੇ, ਸੋ ਇਹਦੇ 2 ਜਾਂ 3 ਪਾਰਟਸ ਬਣਨਗੇ। ਓਕੇ, ਸੋ ਸਟਾਰਟ ਕਰਦੇ ਹਾਂ। ਇਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਮੈਂ ਦੇਣਾ ਚਾਹਨੀ ਹੈ कि पीपीएससी प्रिंसीपल ऑनलाइन कोर्स 2021 की जी रजिस्ट्रेशन है ओपन हो चुकी है। ये कोर्स 21 सितंबर तो स्टार्ट होने जा रहा है। इसकी फुल इन्फॉर्मेशन लैन लई तुसी 8054070091 या फिर 7889231990 के उपर व्हाट्सएप कर सकते हो। ते चैनल के उपर वीडियो भी अपलोड हुई है जिहदे विच सारी डिटेल्स गिवन है। उसका लिंक तुहानू डिस्क्रिप्शन बॉक्स में मिल जूगा, वो भी तुसी देख सकते हो। सो स्टार्ट करते हैं। सब तो पहला आप ਇਹਦੇ ਵਿੱਚ क्वेश्चंस देख रहे हैं असर्शन ਤੇ रीजनिंग ਦੇ। ओके, सो देखते हैं। ਇਹਦੇ ਵਿੱਚ बेसिकली अपने कोल 4 ऑप्शंस है। ये 4 ऑप्शंस किस तरीके ਦੀਆਂ ਹੁੰਦੀਆਂ ਨੇ कि आंसर ए आएगा अगर असर्शन ਤੇ रीजनिंग दोनों ट्रू ने ਤੇ रीजन ਜਿਹੜਾ है वो करेक्ट एक्सप्लेनेशन है असर्शन ਦੀ। ऑप्शन बी आएगा अगर दोनों असर्शन ਤੇ रीजनिंग ट्रू है बट ਜਿਹੜੇ रीजनिंग है वो करेक्ट एक्सप्लेनेशन असर्शन दी नहीं हैगी। आंसर सी आएगा अगर असर्शन ट्रू है बट रीजनिंग फॉल्स है। तो आंसर ए आएगा, सॉरी डी आएगा अगर ए फॉल्स है, दैट इज असर्शन फॉल्स है तो रीजनिंग ट्रू है। सो देखते हैं जिवें देखो ਇਹਦੇ ਵਿੱਚ असर्शन की दिता है when common salt is kept open it absorbs moisture from air कि जो कॉमन साल्ट ਨੂੰ ਆਪਾਂ ਖੁੱਲਾ ਛੱਡ ਦਿੰਨੇ ਆ ਤਾਂ ਉਹ ਮੋਇਸਚਰ ਐਬਜ਼ੌਰਬ ਕਰ ਲੈਂਦਾ ਹੈ 에ਅਰ ਤੋਂ। ਇਹ ਐਸਰਸ਼ਨ ਦਿੱਤਾ ਹੋਇਆ ਹੈ ਤੇ ਉਹਦਾ ਰੀਜ਼ਨ ਕੀ ਦੱਸਿਆ ਹੋਇਆ ਹੈ ਕਿ ਜਿਹੜਾ ਕਾਮਨ ਸਾਲਟ ਹੈ ਉਹਦੇ ਵਿੱਚ ਮੈਗਨੀਸ਼ੀਅਮ ਕਲੋਰਾਈਡ ਹੁੰਦਾ ਹੈ ਤੇ ਉਹਦੀ ਵਜ੍ਹਾ ਤੋਂ ਐਵੇਂ ਹੁੰਦਾ ਹੈ ਕਿ ਉਹ ਮੋਇਸਚਰ ਨੂੰ ਐਬਜ਼ੌਰਬ ਕਰ ਲੈਂਦਾ ਹੈ। ਠੀਕ ਹੈ, ਹੁਣ ਦੇਖੋ ਅਗਰ ਆਪਾਂ ਐਸਰਸ਼ਨ ਨੂੰ ਦੇਖੀਏ ਕਿ ਜਿਹੜਾ ਕਾਮਨ ਸਾਲਟ ਅਗਰ ਆਪਾਂ ਉਹਨੂੰ ਖੁੱਲਾ ਛੱਡਾਂਗੇ ਤਾਂ ਮੋਇਸਚਰ ਉਹ ਐਬਜ਼ੌਰਬ ਕਰ ਲੂਗਾ, ਇਹ ਠੀਕ ਹੈ। ठीक है, ਤੇ कॉमन साल्ट ਦੇ ਵਿੱਚ ਮੈਗਨੀਸ਼ੀਅਮ ਕਲੋਰਾਈਡ ਹੁੰਦਾ, ਇਸ ਵਜ੍ਹਾ ਤੋਂ ਮੋਇਸਚਰ ਨੂੰ ਐਬਜ਼ੌਰਬ ਕਰਦਾ ਹੈ, ਇਹ ਵੀ ਠੀਕ ਹੈ। ओके, सो ਇਹਦਾ ਆਨਸਰ ਕੀ ਆਊਗਾ ਕਿ ਐਸਰਸ਼ਨ ਤੇ ਰੀਜ਼ਨਿੰਗ ਦੋਨੋਂ ਟਰੂ ਨੇ ਤੇ ਜਿਹੜਾ ਰੀਜ਼ਨ ਹੈ ਉਹ ਕਰੈਕਟ एक्सप्लेनेशन है असर्शन दी। सो ਇਹਦਾ ਆਨਸਰ ਕੀ ਆਏਗਾ ऑप्शन ए। ठीक है, सो आंसर आएगा ਇਹਦਾ ए। ਤੁਸੀਂ ਇਹਦੀ ਐਕਸਪਲੇਨੇਸ਼ਨ ਵੀ ਦੇਖ ਸਕਦੇ ਹੋ ਕਿ ਜਿਹੜਾ ਮੈਗਨੀਸ਼ੀਅਮ ਕਲੋਰਾਈਡ ਹੁੰਦਾ ਹੈ, ਠੀਕ ਹੈ, ਇਹ ਐਬਜ਼ੌਰਬ ਕਰਦਾ ਹੈ 에ਅਰ ਚੋਂ ਮੋਇਸਚਰ ਤੇ ਪ੍ਰੈਜ਼ੈਂਟ ਹੁੰਦਾ ਕਾਮਨ ਸਾਲਟ ਦੇ ਵਿੱਚ। ਦੇਖੋ ਕਈ ਵਾਰ ਆਪਾਂ ਨੂੰ ਐ ਲੱਗਦਾ ਕਿ ਕਾਮਨ ਸਾਲਟ ਨੂੰ ਤਾਂ NaCl ਬੋਲਦੇ ਆ, ਦੈਟ ਇਜ਼ ਸੋਡੀਅਮ ਕਲੋਰਾਈਡ। ਸੋ ਮੈਗਨੀਸ਼ੀਅਮ ਕਲੋਰਾਈਡ ਕਿਵੇਂ ਹੋ ਸਕਦਾ ਹੈ? ਕੁਝ ਅਮਾਉਂਟ ਦੇ ਵਿੱਚ ਨਾ ਤਕਰੀਬਨ ਆਈ ਥਿੰਕ 10% ਹੁੰਦਾ ਹੈ ਮੈਗਨੀਸ਼ੀਅਮ ਕਲੋਰਾਈਡ। ਠੀਕ ਹੈ, ਉਸ ਤੋਂ ਇਲਾਵਾ ਨੈਕਸਟ ਕੁਐਸਚਨ ਦੇਖੋ, ਇਹ ਵੀ ਐਸਰਸ਼ਨ ਤੇ ਰੀਜ਼ਨਿੰਗ ਦੇ ਉੱਪਰ ਬੇਸਡ ਹੈ। ਇਹਦੇ ਵਿੱਚ ਕੀ ਹੋਇਆ ਕਿ ਜਿਹੜੇ ਅਰਥ ਵਾਰਮਸ ਨੇ ਉਹ ਗੁੱਡ ਨਹੀਂ ਹੁੰਦੇ ਐਗਰੀਕਲਚਰ ਲਈ, ਇਹ ਐਸਰਸ਼ਨ ਹੈ। ਰੀਜ਼ਨ ਕੀ ਦਿੱਤਾ ਹੋਇਆ ਕਿ ਜਿਹੜੇ ਅਰਥਵਰਮਸ ਨੇ ਉਹ ਬ੍ਰੇਕ ਕਰਦੇ ਨੇ ਸੋਇਲ ਨੂੰ ਸਮਾਲ ਪਾਰਟੀਕਲਸ ਦੇ ਵਿੱਚ ਤੇ ਉਹਨੂੰ ਸੌਫਟ ਬਣਾਉਂਦੇ ਨੇ। ਹੁਣ ਦੇਖੋ ਇਹਦੇ ਵਿੱਚ ਅਗਰ ਤੁਸੀਂ ਐਸਰਸ਼ਨ ਰੀਡ ਕਰੋਗੇ ਕਿ ਅਰਥਵਰਮਸ ਗੁੱਡ ਨਹੀਂ ਹੁੰਦੇ ਐਗਰੀਕਲਚਰ ਲਈ ਤਾਂ ਇਹ ਕੀ ਹੈ? ਗਲਤ ਹੈ। ਠੀਕ ਹੈ, ਤੇ ਜਿਹੜਾ ਸੈਕਿੰਡ ਦਿੱਤਾ ਹੋਇਆ ਹੈ ਕਿ ਜਿਹੜੇ ਅਰਥਵਰਮ ਨੇ ਉਹ ਸੋਇਲ ਨੂੰ ਬ੍ਰੇਕ ਡਾਊਨ ਕਰਦੇ ਨੇ ਤੇ ਉਹਨੂੰ ਸੌਫਟ ਬਣਾਉਂਦੇ ਨੇ, ਇਹ ਠੀਕ ਹੈ। ਸੋ ਇਹਦਾ ਆਨਸਰ ਕੀ ਆਏਗਾ? ਡੀ। ठीक है, कि ਜਿਹੜਾ assertion है वो wrong है बट रीजन है ਜਿਹੜਾ ਉਹ ਸਹੀ ਹੈ। यानी कि ਜਿਹੜਾ ਅਰਥਵਰਮਸ ਹੈ ਉਹ ਅੱਛੇ ਹੁੰਦੇ ਐਗਰੀਕਲਚਰ ਦੇ ਲਈ। ਠੀਕ ਹੈ, ਤੇ ਉਹ ਪੋਰਸ ਕਰਦੇ ਨੇ ਸੋਇਲ ਦੇ ਵਿੱਚ, ਜਦੋਂ ਲੰਘਦੇ ਆ ਸੋਇਲ ਦੇ ਵਿੱਚੋਂ ਪਾਸ ਕਰਦੇ ਆ ਤਾਂ ਉਹਦੇ ਨਾਲ ਜਿਹੜੀ ਸੋਇਲ ਹੈ ਉਹ ਛੋਟੇ ਛੋਟੇ ਟੁਕੜਿਆਂ 'ਚ ਟੁੱਟਣੀ ਸਟਾਰਟ ਹੋ ਜਾਂਦੀ ਹੈ ਤੇ ਐਵੇਂ ਸੋਇਲ ਸੌਫਟ ਹੋ ਜਾਂਦੀ ਹੈ। ਓਕੇ, ਸੋ ਇਹਦਾ ਆਨਸਰ ਆਏਗਾ ਡੀ। ਠੀਕ ਹੈ, ਦੈਨ ਨੈਕਸਟ ਹੈ ਮੋਸਟ ਆਫ ਦ ਹਿਮਾਲयन ਰਿਵਰਸ ਆਰ ਪੈਰੀਨੀਅਲ कि ਜਿਹੜੀ ਹਿਮਾਲयन ਰਿਵਰਸ ਹੈ ਉਹ ਪੈਰੀਨੀਅਲ ਰਿਵਰਸ ਹੈ। ਠੀਕ ਹੈ, ਤੇ ਉਹ ਕਿਵੇਂ ਉਹਨਾਂ ਵਿੱਚ ਪਾਣੀ ਆਉਂਦਾ ਹੈ? ਜਦੋਂ ਸਨੋ ਦੀ ਮੈਲਟਿੰਗ ਹੁੰਦੀ ਹੈ। ਹੁਣ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਪੈਰੀਨੀਅਲ ਦਾ ਮਤਲਬ ਕੀ ਹੁੰਦਾ ਹੈ? ਪੈਰੀਨੀਅਲ ਮਤਲਬ ਐਸੀ ਰਿਵਰ ਹੁੰਦੀ ਹੈ ਜਿਹਦੇ ਵਿੱਚ ਪੂਰਾ ਸਾਲ ਪਾਣੀ ਰਵੇ। ਠੀਕ ਹੈ, ਸੋ ਜਿਹੜੀ ਹਿਮਾਲयन ਰਿਵਰਸ ਉਹ ਪੈਰੀਨੀਅਲ ਹੁੰਦੀਆਂ ਨੇ ਤੇ ਉਹਨਾਂ ਵਿੱਚ ਪਾਣੀ ਕਿਵੇਂ ਆਉਂਦਾ ਹੈ? ਸਨੋ ਦੀ ਮੈਲਟਿੰਗ ਦੇ ਨਾਲ। ਠੀਕ ਹੈ, ਵੀ ਜਦੋਂ ਆਈਸ ਮੈਲਟ ਹੁੰਦੀ ਹੈ ਗਲੇਸ਼ੀਅਰਸ ਦੀ ਤਾਂ ਉਹਦੇ ਨਾਲ ਜਿਹੜਾ ਪਾਣੀ ਹੁੰਦਾ ਹੈ ਉਹ ਆਉਂਦਾ ਉਹਨਾਂ ਵਿੱਚ। ਸੋ ਦੇਖੋ ਇਹਦੇ ਵਿੱਚ ਜਿਹੜਾ ਐਸਰਸ਼ਨ ਉਹ ਕਰੈਕਟ ਹੈ ਕਿ ਜਿਹੜੇ ਹਿਮਾਲयन ਰਿਵਰਸ ਔਰ ਪੈਰੀਨੀਅਲ ਰਿਵਰਸ ਹੈ ਤੇ ਉਹਨਾਂ ਵਿੱਚ ਪਾਣੀ ਸਨੋ ਦੀ ਮੈਲਟਿੰਗ ਨਾਲ ਆਉਂਦਾ ਹੈ। ਸੋ ਰੀਜ਼ਨ ਵੀ ਠੀਕ ਹੈ। ਸੋ ਇਹਦਾ ਆਨਸਰ ਕੀ ਆਏਗਾ? ਇਹ ਆਏਗਾ, ਕਿਉਂਕਿ ਐਸਰਸ਼ਨ ਤੇ ਰੀਜ਼ਨ ਆਪਣੇ ਆਪ 'ਚ ਵੀ ਟਰੂ ਹੈ ਤੇ ਰੀਜ਼ਨ ਕਰੈਕਟ ਐਕਸਪਲੇਨੇਸ਼ਨ ਹੈ ਏ ਦੀ, ਦੈਟ ਇਜ਼ ਐਸਰਸ਼ਨ ਦੀ। ਸੋ ਆਨਸਰ ਆਏਗਾ ਇਹਦਾ ਏ।
ओके, उस तो बाद नेक्स्ट नॉइस पोल्यूशन इज अनवांटेड एक्यूमुलेशन ऑफ नॉइस इन द एटमॉस्फेयर कि जिहड़ी नॉइस पोल्यूशन है वो की है, एक तरीके की अनचाही एक्यूमुलेशन है नॉइस दी एटमॉस्फेयर दे विच ते इंटरफेयर करदी है कम्युनिकेशन दे नाल। हुण इस च ना एक चीज ध्यान नाल समझण वाली है, वो की है ਆਪਾਂ ਨੂੰ लगूगा कि असर्शन ठीक है कि नॉइस पोल्यूशन अनवांटेड एक्यूमुलेशन, एक्यूमुलेशन मतलब क्या होता है इकट्ठा होना। सो इत्थे ये कहा जा रहा है कि नॉइस पोल्यूशन एक ऐसी चीज है जिहदे विच की अनवांटेड नॉइस एक जगह ते इकट्ठी हो जाती है एटमोसफेयर दे विच। ये स्टेटमेंट देखने च लगूगी कि ठीक है एवं हुंदा होगा, बट गलत है क्योंकि नॉइस पोल्यूशन दे विच जिहड़ी नॉइस है एक्यूमुलेट नहीं हुंदी, ये चीज याद रखियो, ठीक है। उस तो बाद ये कम्युनिकेशन नाल इंटरफेयर करदी है, ये चीज करैक्ट है। सो ये विच जिहड़ा रीजन है वो ट्रू है, बट जिहड़ा असर्शन ऑफ फॉल्स है, सो इसदा आंसर आएगा डी। हुण आपां इहदे बारे थोड़ा जिहा देखदे हां। देखो जिहड़ी नॉइस पोल्यूशन है उहनूं एनवायरमेंटल नॉइस या फिर साउंड पोल्यूशन भी बोलते हैं। ਇਹਦੇ ਵਿੱਚ ਕੀ ਹੁੰਦਾ ਹੈ ਸਾਊਂਡ ਦਾ ਪ੍ਰੋਪਗੇਸ਼ਨ ਹੁੰਦਾ ਹੈ, ਇਕੱਠੀ ਨਹੀਂ ਹੁੰਦੀ ਸਾਊਂਡ, ਉਹਦਾ ਪ੍ਰੋਪਗੇਸ਼ਨ ਹੁੰਦਾ ਹੈ, ਠੀਕ ਹੈ। ਤੇ ਨॉइस ਪੋਲੂਸ਼ਨ ਦਾ ਇਫੈਕਟ ਪੈਂਦਾ ਹਿਊਮਨ ਤੇ ਐਨੀਮਲ ਲਾਈਫ ਦੇ ਉੱਪਰ, ਠੀਕ ਹੈ। ਤੇ ਜਿਹੜੀ ਨॉइस ਪੋਲੂਸ਼ਨ ਹੈ ਮਤਲਬ ਅਗਰ ਜ਼ਿਆਦਾ ਨॉइस ਹੋਵੇ ਤੇ ਉਹ ਕਮਿਊਨੀਕੇਸ਼ਨ ਦੇ ਵਿੱਚ ਵੀ ਇੰਟਰਫੇਅਰ ਕਰਦੀ ਹੈ, ਠੀਕ ਹੈ। ਸੋ ਆਨਸਰ ਆਏਗਾ ਡੀ। ਉਸ ਤੋਂ ਬਾਅਦ ਆਪਾਂ ਨੇ ਹੁਣ ਐਸਰਸ਼ਨ ਰੀਜ਼ਨਿੰਗ ਦੇ ਦੇਖ ਲਏ, ਹੁਣ ਆਪਾਂ टाइप 2 देखने जा रहे हैं जो कि है स्टेटमेंट एंड कंक्लूजन। बहुत इंपॉर्टेंट टॉपिक है वाला, बहुत ज्यादा इंपॉर्टेंट टॉपिक है। ओके सो हम इन्हू देखते हैं। ਹੁਣ ਇਹਦੇ ਵਿੱਚ ਕੀ ਹੈ ਆਪਣੇ ਕੋਲ 3 ਸਟੇਟਮੈਂਟਸ ਹੈ A B C ਤੇ ਉਹਦੇ ਨਾਲ ਆਪਣੇ ਕੋਲ 4 ਕਨਕਲੂਜਨਸ ਦਿੱਤੇ ਹੋਏ ਨੇ। ਓਕੇ ਸੋ ਤੁਸੀਂ ਦੱਸਣਾ ਹੈ ਵੀ ਸਟੇਟਮੈਂਟ ਦੇ ਲਈ ਕਿਹੜਾ ਕਨਕਲੂਜਨ ਹੈ ਜਿਹੜਾ ਉਹ ਟਰੂ ਹੈ। ओके सो देखो स्टेटमेंट की है सम स्टार्स आर टर्नल्स, कुछ जेडे स्टार्स हैं वो की ने टर्नल्स ने, ठीक है। ऑल टर्नल्स आर रोड्स, जिन्ने भी टर्नल्स हैं सारे दियां सारियां की ने रोड्स ने। सो टर्नल्स ਨੂੰ ਆਪਾਂ ਲਿਖ ਲੈਣੇ ਆ रोड्स ਦੇ अंदर। नेक्स्ट की है सम रोड्स आर ब्रेसलेट्स, कुछ रोड्स हैं ਜਿਹੜੀਆਂ ਉਹ ब्रेसलेट्स ने, ठीक है। सो ਹੁਣ ਆਪਾਂ ਇਹਨੂੰ ਐਵੇਂ ਡਰਾ ਕਰ ਲੈਣੇ ਆ, कुछ रोड्स ਜਿਹੜੀਆਂ ਨੇ ਉਹ ब्रेसलेट्स। सो ਇੱਕ ਤਾਂ ਇਹ ਹੋ ਗਿਆ ਕੇਸ ਨੰਬਰ 1, ठीक है। ਹੁਣ ਜਿਹੜਾ ब्रेसलेट है ਉਹ टर्नल्स ਦੇ ਨਾਲ भी मर्ज हो सकता है। ओके सो ਇਹਦੇ ਵਿੱਚ ਆਪਣੇ ਕੋਲ केस 2 भी बनूगा। ਉਹ ਕਿਵੇਂ बनूगा देखो, ਉਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਡਰਾ ਕਰਾਂਗੇ some stars are tunnels, all tunnels are roads, okay ਤੇ some roads are bracelets। so some roads are bracelets ਨੂੰ ਆਪਾਂ ਕੁਝ ਇਸ ਤਰੀਕੇ ਦੇ ਨਾਲ ਡਰਾ ਕਰਾਂਗੇ क्योंकि ਸਾਰੀਆਂ टर्नल रोड्स हैं ਤਾਂ ਕੁਝ टर्नल ब्रेसलेट भी हो ਸਕਦੀਆਂ। सो ਇਹ ਪੋਸਿਬਿਲਿਟੀ ਹੈ, ਜਿੰਨੀਆਂ ਪੋਸੀਬਲ ਕੇसेस ਹੁੰਦੇ ਆਪਾਂ ਇਹਦੇ ਵਿੱਚ ਉਹ ਬਣਾਉਂਦੇ ਆ। ਹੁਣ ਇੱਕ ਇੱਕ ਕਰਕੇ ਕੰਕਲੂਜਨ ਦੇਖਦੇ ਆ। ਇੱਥੇ ਲਿਖ ਲਓ 1 2 3 ਤੇ 4। ਹੁਣ ਆਪਣਾ ਉਹ ਕੰਕਲੂਜਨ ਸਹੀ ਹੋਊਗਾ ਜਿਹੜਾ ਦੋਨਾਂ ਚ ਟਰੂ ਹੋਵੇ, ਠੀਕ ਹੈ। ਸੋ ਹੁਣ ਆਪਾਂ ਇੱਕ ਇੱਕ ਕਰਕੇ ਚੈੱਕ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਸਮ ਟਰਨल्स ਆਰ ब्रेसलेट्स, ਕੁਝ ਟਰਨल्स ਜਿਹੜੀਆਂ ਨੇ ਉਹ ब्रेसलेट्स ਨੇ। ਅਗਰ ਆਪਾਂ ਕੇਸ A ਦੇਖਾਂਗੇ ਤਾਂ ਇਹਦੇ ਵਿੱਚ ਇਹ ਚੀਜ਼ ਟਰੂ ਨਹੀਂ ਹੈ, ਠੀਕ ਹੈ। ਇੱਥੇ ਕਿਉਂਕਿ ਮਰਜ ਨਹੀਂ ਕਰ ਰਹੇ ਆਪਸ ਦੇ ਵਿੱਚ, ਬਟ ਅਗਰ ਕੇਸ 2 ਦੇਖਾਂਗੇ ਇਹਦੇ ਵਿੱਚ ਆਹ ਵਾਲਾ ਪਾਰਟ ਮਰਜ ਕਰ ਰਿਹਾ, ਸੋ ਇੱਥੇ ਠੀਕ ਹੈ। ਬਟ ਦੋਨਾਂ ਵਿੱਚ ਟਰੂ ਹੋਣਾ ਚਾਹੀਦਾ ਹੈ। ਸੋ ਇੱਕ ਦੇ ਵਿੱਚ ਟਰੂ ਹੈ, ਇੱਕ ਦੇ ਵਿੱਚ ਫਾਲਸ ਹੈ, ਇਸ ਲਈ ਓਵਰਆਲ ਰਿਜ਼ਲਟ ਜਿਹੜਾ ਹੈ ਉਹ ਕੀ ਆਊਗਾ ਫਾਲਸ। ਮਤਲਬ ਇਹ ਵਾਲਾ ਜਿਹੜੀ ਸਟੇਟਮੈਂਟ ਉਹ ਗਲਤ ਹੈ। ਸੈਕਿੰਡ ਸਮ ਬ੍ਰੈਸਲੇਟਸ ਆਰ ਸਟਾਰਸ, ਕੁਝ ਬ੍ਰੈਸਲੇਟ ਸਟਾਰਸ ਨੇ। ਹੁਣ ਅਗਰ ਤੁਸੀਂ ਇਹਦੇ ਵਿੱਚ ਆਹ ਵਾਲਾ ਕੇਸ ਦੇਖੋਗੇ ਕੁਝ ਬ੍ਰੈਸਲੇਟ ਸਟਾਰਸ ਨੇ ਤਾਂ ਇੱਥੇ ਕੁਝ ਹੋ ਰਿਹਾ ਆਪਣੇ ਕੋਲ ਕੁਐਸਚਨ ਚ ਦਿੱਤਾ ਹੋਇਆ ਕਿ ਕੁਝ ਰੋਡਸ ਬ੍ਰੈਸਲੇਟਸ ਨੇ, ਠੀਕ ਹੈ। ਬਟ ਕੁਝ ਸਟਾਰਸ ਬ੍ਰੈਸਲੇਟਸ ਨੇ, ਇਹ ਤਾਂ ਕਿਤੋਂ ਵੀ ਸਹੀ ਨਹੀਂ ਬਣ ਰਿਹਾ। ਸੋ ਇਹ ਵਾਲੇ ਕੇਸ 'ਚ ਗਲਤ ਹੈ ਤੇ ਇਹ ਵਾਲੇ ਕੇਸ 'ਚ ਵੀ ਇਹ ਗਲਤ ਹੈ। ਸੋ ਇਹ ਓਵਰਆਲ ਰੋਂਗ ਸਟੇਟਮੈਂਟ, ਠੀਕ ਹੈ। ਜਾਂ ਫਿਰ ਇਹਦੇ ਵਿੱਚ ਵੱਧ ਤੋਂ ਵੱਧ ਅਗਰ ਆਪਾਂ ਪੋਸਿਬਿਲਿਟੀ ਦੇਖੀਏ ਨਾ, ਇਹ ਹੋ ਸਕਦਾ ਕਿ ਕੁਝ ਜਿਹੜਿਆਂ ਆਪਣੇ ਕੋਲ ਰੋਡਸ ਹੈ ਉਹਦਾ ਪਾਰਟ ਜਿਹੜਾ ਬ੍ਰੈਸਲੇਟ ਦਾ ਕਾਮਨ ਹੈ ਉਹ ਆ ਸਕਦਾ ਸਟਾਰਸ ਦੇ ਵਿੱਚ, ਬਟ ਉਹ ਦੋਨਾਂ ਵਿੱਚ ਟਰੂ ਨਹੀਂ ਹੋਊਗਾ। ਇਸ ਲਈ ਓਵਰਆਲ ਇਹ ਕੇਸ ਹੈ ਜਿਹੜਾ ਉਹ ਫਾਲਸ ਹੋਊਗਾ, ਠੀਕ ਹੈ। ਸੋ ਇਹਨੂੰ ਆਪਾਂ ਫਾਲਸ 'ਚ ਲੈਂਦੇ ਹਾਂ। ਉਹ ਤੋਂ ਬਾਅਦ ਨੈਕਸਟ ਦੇਖੋ ऑल रोड्स आर टर्नल्स,
जिन्नियां भी रोड्स हैं सारे दियां सारियां टर्नल्स ने, बिल्कुल भी नहीं, क्योंकि ਜਿਹੜਾ ਆਪਣੇ ਕੋਲ ਆ ਪੋਰਸ਼ਨ ਹੈ ਰੋਡ ਦਾ ਉਹ ਟਰਨਲ ਥੋੜੀ ਹੈ, ਸਿਰਫ ਇੰਨਾ ਕੁ ਪੋਰਸ਼ਨ ਟਰਨਲ ਹੈ ਤੇ ਇਹਦੇ ਵਿੱਚ ਵੀ ਸੋ ਜਿਹੜਾ ਕੇਸ ਆਪਣੇ ਕੋਲ ਥਰਡ ਹੈ ਇਹ ਵੀ ਰੋਂਗ ਹੈ, ਸੋ ਓਵਰਆਲ ਰੋਂਗ ਹੈ। ਉਹ ਤੋਂ ਬਾਅਦ ਫੋਰਥ ਹੈ ਸਮ ਰੋਡਸ ਆਰ ਸਟਾਰਸ, ਕੁਝ ਰੋਡਸ ਜਿਹੜੀਆਂ ਨੇ ਉਹ ਸਟਾਰਸ ਨੇ। ਹੁਣ ਜਿਹੜੀ ਆਹ ਵਾਲੀ ਰੋਡਸ ਹੈ ਇਹ ਕੀ ਨੇ, ਸਟਾਰਸ ਨੇ, ਠੀਕ ਹੈ। ਆਪਾਂ ਇਹਨੂੰ ਵੀ बोल सकते हैं क्योंकि सारे दी सारी टर्नल रोड्स हैं, सो जी आह वाली रोड्स हैं वो स्टार्स भी हैं। सिमिलरली उरे भी जी आह वाली रोड्स हैं ये स्टार्स भी हैं, सो दोनों के ये चीज़ ट्रू हो रही है, ठीक है। सो ओवरऑल अपने को जेड़ा ए वाला केस है फोर्थ वो ट्रू केस है, सो ये आंसर क्या आएगा, यदा आंसर आएगा बी, ठीक है। और तो बाद नैक्सट क्वेश्चन देखो, स्टेटमेंट कंक्लूजन नाल रिलेटेड है वाला भी। इन अ कंट्री ऑल पॉलिटिशियंस आर टीचर्स, कंट्री दे विच जिन्ने भी पॉलिटिशियंस हैं सारे दे सारे की ने टीचर्स ने। ऑल टीचर्स आर इंजीनियर्स, हुण जिन्ने भी टीचर्स हैं सारे दे सारे की ने इंजीनियर्स ने, सो आपां इहनूं एवें ड्रॉ कर लैंदे आ, ठीक है। और तो बाद जिन्ने भी इंजीनियर्स ने वो यंग सिटीजनस ने, सो इहनूं आपां अलग कलर नाल कर लैंदे आ। जिन्ने भी इंजीनियर्स हैं वो यंग सिटीजनस ने, सो इहनूं एवें लिख लैंदे आ। हुण इहदे बेसिस ते आपां इहनूं क्वेश्चन नूं सॉल्व करदे आ भी किहड़ा कंक्लूजन फॉलो कर रहा है, ठीक है। हुण देखदे आ सब तो पहला सम यंग सिटीजनस आर पॉलिटिशियंस, कुछ यंग सिटीजन पॉलिटिशियन होंगे। आपां नूं पता है कि सारे पॉलिटिशियंस जेडे ने वो यंग सिटीजनस ने, सो कुछ तो होंगे ही, अगर सारे ने तो कुछ पार्ट तो होगा ही। सो जेड़ा अपने को फर्स्ट स्टेटमेंट है वो करेक्ट है। नो इंजीनियर्स आर पॉलिटिशियंस, कोई भी इंजीनियर पॉलिटिशियन नहीं है, बट ये गलत है क्योंकि जेड़ा आ वाला पार्ट है इंजीनियर दे विच ये की ने पॉलिटिशियंस ने, सो सेकंड गलत हो गया। ऑल पॉलिटिशियंस आर इंजीनियर्स, जिन्ने भी पॉलिटिशियंस ने सारे दे सारे इंजीनियर्स ने, सो जिन्ने भी पॉलिटिशियंस हैं सारे इंजीनियर्स ने। पी है जेड़ा वो ई दे विच आ रहा है ना पूरे दा पूरा, सो जेड़ी स्टेटमेंट 3 है वो करेक्ट है। ऑल इंजीनियर्स आर पॉलिटिशियंस, सारे इंजीनियर्स की पॉलिटिशियंस ने नहीं, सिर्फ आ इन्ना क पार्ट है जेड़ा वही पॉलिटिशियंस है, जेडे इंजीनियर्स भी ने ते पॉलिटिशियंस भी ने। बट जेड़ा आ वाला पार्ट तुसी देखोगे बाहर वाला इन्ना विचों तो कोई भी नहीं हैगा, सो ये वाला गलत है। सो इहदे विच केड़ा आंसर है कि स्टेटमेंट 1 ते 3 ठीक है। देखो इहदे विच कोई ऑप्शन हैगा, इहदे विच 1 एंड 2 है, 1 2 4 है, ऑल फॉलो, सो इहदा आंसर क्या आएगा डी, नन ऑफ द अबव। नन ऑफ द अबव मतलब क्या है कि जेडे अपने को ए बी सी 3 ऑप्शंस दिते हुए हैं उन्हां विचों कोई भी सही नहीं हैगा, ठीक है, क्योंकि आपां नूं इत्थे दिख रहा है कि ऑप्शन जेड़ा फर्स्ट है ते थर्ड है वही करेक्ट है। और तो बाद नैक्सट देखो इहदे विच क्या होया है स्टेटमेंट दे विच कि कोई यूनिवर्सिटी है उहदे विच जेडे 60% स्टूडेंट्स हैं वो मेल है, 40% फीमेल है। सो आप लै लैंदे हैं कि यूनिवर्सिटी दे विच टोटल 100 स्टूडेंट्स हैं, ठीक है। सो 60% कितना होएगा 100 का 60, सो 60 की हो गए मेल। और तो बाद देन 40% 100 का कितना होएगा 40, सो 40 की ने फीमेल ने। 70% स्टूडेंट सिंसियर ने, 70% कितना होंदा 100 का 70, सो 70% स्टूडेंट्स की ने सिंसियर ने ते 40% पंजाब तो ने, सो 40 स्टूडेंट्स जेडे ने वो पंजाब तो ने, ठीक है। आपां ने परसेंटेज नूं नंबर्स कन्वर्ट कर लिया। और तो बाद हुण देखो किवें करांगे इहनूं, उन्हें क्या एटलीस्ट 30% ऑफ मेल स्टूडेंट्स आर सिंसियर, कि घट तो घट एटलीस्ट, ठीक है 30% मेल स्टूडेंट्स दा सिंसियर होणगे ही होणगे। हुण तुसीं सिंसियर नूं देखो, सिंसियर टोटल किन्ने ने 70 ने, ठीक है, ते जिहड़ी फीमेल है वो 40 है। जे आपां सपोज लगा भी लैने कि सारी फीमेल सिंसियर है, सो 70 चों 40 माइनस करो कितना आ गया 30 आ गया ना। सो यानी कि जेडे 30 ने ये मेल होणगे, सो एटलीस्ट 30 तो हैगे ही हैगे ने, ठीक है। और तो बद भी हो सकते हैं, मतलब 30 तो होणगे ही होणगे। सो जेड़ा फर्स्ट अपने को कंक्लूजन है वो बिल्कुल ठीक है। सेकंड, ऑल मेल स्टूडेंट्स आर नॉट फ्रॉम पंजाब स्टेट, सारे मेल स्टूडेंट्स जो कोई भी पंजाब स्टेट तो नहीं है, ये आपां नूं पता ही नहीं लग सकता बिकॉज कुछ गिवन ही नहीं हैगा, सो आपां श्योरिटी नाल नहीं बोल सकते, सो गलत है। थर्ड, 30% ऑफ फीमेल स्टूडेंट्स आर नॉट सिंसियर, उन्हें सीधा ही अपने को ना इत्थे
मतलब एक तगड़ी जी स्टेटमेंट देती, इत्थे एटलीस्ट का यूज किया होया सी, ठीक है। सो मतलब इत्थे अपने को पूरा एवं नहीं कहा कि हाँ इन्ने ही ने, ठीक है। बट इत्थे उन्हें सीधा कहता 30% ऑफ फीमेल स्टूडेंट सिंसीयर नहीं है, बट आप इत्थे एवं तो कह ही नहीं सकते। आप सॉल्व जरूर कर लांगे कि जिमें सिंसीयर दे विच अपने को 70 दिता होया है ते 60 मेल लै लो, सो 10 आ गया, ठीक है। सो ਜਿਹੜੀ ਇਹ 10 ਹੈ ਇਹ ਫੀਮੇਲ ਨੇ, ਸੋ ਇੱਥੇ 30% ਆਫ ਫੀਮੇਲ ਸਟੂਡੈਂਟਸ ਆਰ ਨਾਟ ਸਿੰਸੀਅਰ, ਇਹ ਤਾਂ ਬਣ ਹੀ ਨਹੀਂ ਰਿਹਾ, ਠੀਕ ਹੈ। ਇੱਥੇ ਤਾਂ ਆ ਗਿਆ ਇਹ ਚੀਜ਼ ਕਿ 10 ਨੇ, ਤੇ ਇਹਦੇ ਵਿੱਚ ਅਗਰ ਆਪਾਂ ਫੀਮੇਲ ਚੋਂ 40 ਨੇ ਤੇ ਉਹਦੇ ਵਿੱਚੋਂ 10 ਮਾਈਨਸ ਕਰੀਏ 30 ਆ ਗਿਆ। ਸੋ ਤੁਹਾਨੂੰ ਲੱਗੂਗਾ ਕਿ ਇਹ ਚੀਜ਼ ਕਰੈਕਟ ਆਣੀ ਚਾਹੀਦੀ ਹੈ ਕਿ 30% ਫੀਮੇਲ ਸਟੂਡੈਂਟ ਜਿਹੜੀਆਂ ਸਿੰਸੀਅਰ ਨਹੀਂ ਹੈਗੀਆਂ, ਇੱਥੋਂ ਆ ਗਿਆ। बट ये चीज सही नहीं हैगी, क्यों नहीं सही हैगी, क्योंकि आपां श्योरिटी दे नाल नहीं दस्सिया होया कि सारे मेल जिहड़े स्टूडेंट्स ने वो सिंसीयर ने। हो सकता है मेल स्टूडेंट्स तो घट होन स्टूडेंट सिंसीयर, ठीक है, 60 की बजाय 50 होन या 40 होन। सो आपां नूं सही तरीके नाल नहीं कह सकते कि ये चीज़ करैक्ट है। सो जिहड़े थर्ड स्टेटमेंट है ये रॉन्ग है। ਉਹ ਤੋਂ ਬਾਅਦ ऑल फीमेल स्टूडेंट्स आर फ्रॉम पंजाब स्टेट, सारियां फीमेल स्टूडेंट पंजाब स्टेट तो ने, किते भी कुछ मैंशन नहीं। आप कल्ला 40 देख के थोड़ी कह देंगे कि सारी दी सारियां ही पंजाब तो ने, कुछ मेल भी हो सकते हैं पंजाब तो। सो ये भी गलत है। सो इसका आंसर क्या आएगा, ए, कि सिर्फ फर्स्ट कंक्लूजन है जोड़ा वही फॉलो कर रहा है। और तो बाद नेक्स्ट देखो, एवरेज नंबर ऑफ पीपल पर हाउस होल्ड इज 4 इन हिली एरियाज, के जेडे हिली एरियाज हैं ਉਹਦੇ ਵਿੱਚ ਜਿਹੜੇ एवरेज नंबर ऑफ पीपल रहंदे हैं हर घर ਦੇ ਵਿੱਚ ਉਹ ਕਿੰਨੇ ਨੇ, 4, ठीक है। ਤੇ प्लेन एरिया ਚ ਕਿੰਨੇ ਰਹਿੰਦੇ ਨੇ, 8 ਰਹਿੰਦੇ ਨੇ। ਤੇ ਅਗਰ ਆਪਾਂ ओवरऑल एवरेज देखिए तो 7 ਦੀ ਆਂਦੀ ਹੈ। कंक्लूजन की है, मोर पीपल लिव इन सेम हाउस होल्ड इन प्लेन एरियाज एज कंपेयर टू दोज इन हिली एरियाज। पहली चोने की क्या है कि एक घर दे विच ज्यादा लोग रहंदे ने प्लेन एरिया दे विच एज कंपेयर टू हिली एरिया। अपने प्लेन एरिया च पढ़िया ना कि एवरेज कितनी है, एक घर च कितने लोग रहंदे हैं, 8, हिली एरिया च कितनी है, 4। सो प्लेन च ज्यादा है। सो जेड़ा फर्स्ट कंक्लूजन है वो ठीक है। सेकंड, पॉपुलेशन पर यूनिट एरिया इन प्लेन एरिया इज हायर देन इन हिली एरिया। देखो हुन स्टेटमेंट दे विच अपने कोल पर्सन पर हाउस होल्ड दिता होया है, मतलब पॉपुलेशन पर हाउस होल्ड च कितनी है वो दिता होया है, पर एक यूनिट एरिया च कितने रहंदे ओदे बारे कोई इन्फॉर्मेशन नहीं है, ठीक है। सो अपना दिमाग नहीं लगाना है, जो गिवन है वही चीज देख के आंसर देना है। सो जेड़ा अपने को सेकंड स्टेटमेंट है आप रॉन्ग लवांगे, बिकॉज अपने को कोई भी श्योरिटी दे नाल ओदे बारे नहीं पता, ठीक है। ते अपने को क्वेश्चन च हाउस होल्ड दा दस्सिया होया है, पर यूनिट एरिया दे बारे नहीं दस्सिया होया। सो इसदा आंसर क्या आएगा, ओनली कंक्लूजन 1 फॉलोज, ओके। और तो बाद ਇਹਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਪੋਪੂਲੇਸ਼ਨ ਪਰ ਹਾਊਸ ਹੋਲਡ ਐਂਡ ਨਾਟ ਪੋਪੂਲੇਸ਼ਨ ਪਰ ਯੂਨਿਟ ਏਰੀਆ ਇਜ਼ ਬੀਇੰਗ ਟਾਕਡ ਅਬਾਊਟ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, ਹੁਣ ਇਹਦੇ ਵਿੱਚ ਤੁਸੀਂ ਮਿਸਿੰਗ ਟਰਮ ਫਾਈਂਡ ਕਰਨੀ ਹੈ, ਠੀਕ ਹੈ। ਹੁਣ ਦੇਖਦੇ ਹਾਂ, ਜਿਵੇਂ ਹੁਣ ਆਪਣੇ ਕੋਲ ਇੱਥੇ ਹੈ 3, 8, 22, 63, 185 and we have to find another term। ਹੁਣ ਇਸ ਤੋਂ ਸੋਚ ਕੇ ਦੇਖੋ ਕੀ ਹੋ ਸਕਦਾ ਹੈ। देखो अगर आप 3 ਤੇ 8 ਦਾ ਰਿਲੇਸ਼ਨ ਕੱਢਾਂਗੇ ਤਾਂ ਕੀ ਹੋ ਸਕਦਾ ਹੈ ਕਿ 3 ਨੂੰ 3 ਨਾਲ ਮਲਟੀਪਲਾਈ ਕੀਤਾ, ਉਸ ਤੋਂ ਮਾਈਨਸ ਕਰੋ 1, 3 * 3 ਕਿੰਨਾ ਹੁੰਦਾ ਹੈ 9 - 1 = 8। ਸੋ ਆ ਗਿਆ। ਸੋ ਯਾਨੀ ਕਿ ਆਪਾਂ ਨੇ ਪਤਾ ਲਗਾ ਲਿਆ ਕਿ ਇਹਦਾ ਜਿਹੜਾ ਰਿਲੇਸ਼ਨ ਹੈ ਇਹਦੇ ਨਾਲ ਇਹ ਹੋ ਸਕਦਾ ਹੈ, ਠੀਕ ਹੈ। ਹੁਣ ਆਪਾਂ ਇਹ ਦੇਖਾਂਗੇ ਕਿ ਮਤਲਬ ਜਿਹੜੇ ਆਪਣੇ ਕੋਲ ਇਹ ਵਾਲੀ ਟਰਮ ਹੈ ਉਹਨੂੰ ਆਪਾਂ ਨੇ ਮਲਟੀਪਲਾਈ ਕੀਤਾ 3 ਦੇ ਨਾਲ ਤੇ ਮਾਈਨਸ ਕਰਤਾ ਉਹਦੇ ਚੋਂ 1, ਤਾਂ ਇਹ ਰਿਲੇਸ਼ਨ ਆ ਗਿਆ। ਹੁਣ ਆਪਾਂ ਸੈਕਿੰਡ ਚ ਦੇਖਦੇ ਹਾਂ ਕਿ ਇਹ ਰਿਲੇਸ਼ਨ ਫੋਲੋ ਹੁੰਦਾ ਜਾਂ ਨਹੀਂ ਹੁੰਦਾ, ਯਾਨੀ ਕਿ ਹੁਣ ਤੁਸੀਂ 8 ਨੂੰ ਮਲਟੀਪਲਾਈ ਕਰੋ 3 ਨਾਲ, ਉਸ ਤੋਂ ਮਾਈਨਸ ਕਰੋ 1। ਸੋ 8 3 ਦਾ ਕਿੰਨਾ ਹੁੰਦਾ 24 ਮਾਈਨਸ 1 ਕਿੰਨਾ ਹੋ ਗਿਆ 23। ਬਟ ਆਪਾਂ ਨੂੰ ਤਾਂ 22 ਚਾਹੀਦਾ, ਯਾਨੀ ਕਿ ਆਪਾਂ ਨੂੰ -1 ਨਹੀਂ -2 ਕਰਨਾ ਪਏਗਾ। ਸੋ ਜਦੋਂ ਆਪਾਂ ਨੇ -2 ਕੀਤਾ ਤਾਂ ਕਿੰਨਾ ਆ ਗਿਆ 22, ਯਾਨੀ ਕਿ ਇਹਨਾਂ ਵਿੱਚ ਰਿਲੇਸ਼ਨ ਕੀ ਹੈ ਕਿ ਜਿਹੜਾ ਨੰਬਰ ਹੈ ਇਹਨੂੰ ਆਪਾਂ 3 ਨਹੀਂ ਲਿਖਦੇ, ਇਹਨੂੰ ਆਪਾਂ ਇਸ ਤਰੀਕੇ ਨਾਲ ਲਿਖਦੇ ਹਾਂ ਉਰੇ कि जेड़ा अपने को नंबर है उन्होंने मल्टीप्लाई करो 3 नाल -1, जेड़ा नंबर उन्होंने मल्टीप्लाई करो 3 नाल -2 करो, ठीक है। यानी कि हुण आपां नूं इत्थों थोड़ा जिहा आइडिया हो गया कि 22 नूं हुण आपां 3 नाल मल्टीप्लाई करांगे तो उस चों माइनस की करांगे 3, देखते हैं इन्ना आंदा है। सो 22 नूं 3 नाल मल्टीप्लाई करो 66 माइनस करो 3 कितना आ गया 63। सो हो गया रिलेशन। सो इहदा रिलेशन इहदे नाल की बनूगा * 3 - 4, ਤੇ ਜਿਹੜਾ ਇੱਥੇ ਆਊਗਾ ਉਹਦਾ ਕੀ ਹੋਊਗਾ * 3 - 5,
ठीक है। अगर तुम ਇਹਦਾ चेक करोगे सही आऊगा। ਹੁਣ ਇਹਦਾ देखते हैं 185 ਨੂੰ 3 ਨਾਲ ਮਲਟੀਪलाई करो 15 इन्ना आ गया। ठीक है। उस चो 5 ਨੂੰ कितना माइनस, सो कितना आ गया 550। सो 550 ही अपना आंसर है। ठीक है। और तो बाद नैक्सट क्वेश्चन है, सो इनू सॉल्व करते हैं। ये अपने को मिसिंग टर्म फाइंड करनी है आ वाली। ਹੁਣ देखो अगर तुम ਇਹਨੂੰ देखोगे तो ਤੁਹਾਨੂੰ देखते सार पता लग जाऊगा कि 3 ਤੇ 5 ਦਾ अगर आप रिलेशन देखांगे ਤਾਂ 3 into 5 ਐਵੇਂ बन रहा, 4 into 4 ਐਵੇਂ बन रहा, बट ਇੱਥੇ जाके कोई रिलेशन नहीं बन रहा। ठीक है। सो कुछ होर सोचना पऊगा। अगर तुम ਇਹਨੂੰ ध्यान नाल देखोगे तो ਤੁਹਾਨੂੰ दिखूगा कि ਇਹ एक सीरीज ਦੇ ਵਿੱਚ ਅਸਲ 'ਚ दो सीरीज ने, जिवें 3 तो बाद 4, 4 तो बाद 5, 5 तो बाद 6, 6 तो बाद 7, यानी कि आप ये +1 कर रहे हैं। ठीक है। सो हुण जिहड़ी बच गई टर्म्स, हुण इन्हां विच देखते हैं कि रिलेशन है 15 तो 16 +1, 16 तो 17 +1, 17 तो +1 कितना कितना आएगा 18। सो आंसर कितना होगा 18। नेक्स्ट क्वेश्चन। ਹੁਣ ਇਹ वाला क्वेश्चन थोड़ा जिहा ध्यान नाल सॉल्व करन वाला है, वैसे ईजी क्वेश्चन है, कोई मुश्किल नहीं हैगा। सो इनू आप अलग तो एक बार लिख लें ताकि कोई दिक्कत ना आए। 0.5, 0.55, 0.65, 0.8 एंड वी हैव टू फाइंड हियर। सो देखो ਹੁਣ अगर तुम ये वाले क्वेश्चन नू सैकेंड टर्म चो फर्स्ट टर्म नू माइनस करके करोगे तो थोड़े को आंसर आ जाएगा। मतलब तुम्हें पता लग जाऊगा कि इन्होंने इतने लॉजिक यूज किया होया। ठीक है। सो हम आप करके देखते हैं। सैकेंड टर्म अपने को 0.55, उस चो माइनस करो 0.5, सो कितना आ गया 0.05, यानी कि इन्होंने दोनों में जो डिफरेंस है ये टर्म्स चो किन्ने दा 0.05 का। हुण आपां ने इन्होंने दोनों में डिफरेंस फाइंड करना है किन्ना है। हुण 0.65 चो माइनस करो 0.55, कितना आया 5 चो 5 0। ठीक है। 6 चो 5 1, यानी कि 0.10। सिमिलरली ਇਹਦੇ ਵਿੱਚ देखो डिफरेंस कितना आया 0.8 चों तुसी घटाओ 0.65, सो इत्थे 0 आ गया, यानी कि 5 1, सो कितना आ गया 0.15। ਹੁਣ ਤੁਸੀਂ ਇੱਕ ਚੀਜ਼ ਨੋਟ ਕਰੋਗੇ ਇੱਥੇ ਕੀ ਸੀ 0.05, ਇੱਥੇ ਕਿੰਨਾ ਹੋ ਗਿਆ 0.10। ਸੋ ਇਹਨਾਂ ਦੇ ਵਿੱਚ ਬੇਸਿਕਲੀ ਆਪਾਂ ਨੇ ਕੀ ਕੀਤਾ, ਇਹਦੇ ਵਿੱਚ ਐਡ ਕੀਤਾ ਨਾ 0.05 ਨੂੰ, ਤਾਂ ਹੀ ਆਪਣੇ ਕੋਲ ਆਇਆ। सो ਇਹਦੇ ਵਿੱਚ ਵੀ ਆਪਾਂ ਨੇ ਕੀ ਐਡ ਕੀਤਾ 0.05, ਤਾਂ ਹੀ ਆਪਣੇ ਕੋਲ ਇੰਨਾ ਬਣਿਆ। ਠੀਕ ਹੈ। 0.10 ਚ 0.05 ਨੂੰ ਐਡ ਕਰੋ ਤਾਂ ਆ ਗਿਆ, यानी कि ਹੁਣ ਜਿਹੜੇ ਆਪਣੇ ਕੋਲ ਇੱਥੇ ਆਊਗਾ ਇਹਦਾ ਤੇ ਇਹਦਾ ਜਿਹੜਾ ਡਿਫਰੈਂਸ ਹੈ, ਹੁਣ ਆਪਾਂ ਨੇ ਇਹ ਵਾਲੀ ਟਰਮ ਫਾਈਂਡ ਕਰਨੀ ਹੈ। ਇਹ ਫਾਈਂਡ ਕਿਵੇਂ ਕਰਾਂਗੇ, ਜਿੰਨਾ ਇਹ ਹੈ ਇਹਦੇ ਵਿੱਚ ਆਪਾਂ ਐਡ ਕਰਾਂਗੇ 0.05 ਨੂੰ। ਸੋ ਕਿੰਨਾ ਆ ਗਿਆ 0.2। ठीक है। सो 0.8 तुसी 0.2 ऐड किते तो आंसर कितना होगा 1। सो इसका आंसर आएगा सी। ठीक है। यानी कि अपने पहला इन्हों दोनों टर्म्स का डिफरेंस कढ़िया, फिर जो अपने को एक होर नीचे सीरीज आ गई, फिर उन्हों का डिफरेंस कढ़िया, उहदे नाल आपां नूं पता लग गया कि आ ते आ टर्म का डिफरेंस कितना होगा, तो उहदे नाल आपां ने उहनूं कढ लिया। उस तो बाद नैक्सट देखो 45 54 47 40, बेसिकली जी ए वाली सीरीज है ये भी दो सीरीज का सम है, यानी कि इस दो सीरीज है। तुम अगर ध्यान नाल देखोगे 45 तो बाद 47 +2, हुण 47 तो एक टर्म छोड़ के देखो 49, ये भी +2, फिर एक टर्म छोड़ के 51 +2, यानी कि 51 +2 कितने 53। हुण अगर आप आ वाली देखिए 54, ये तो चलो पता नहीं, नैक्सट 56 आ गया, 57 आ गया, यानी कि इत्थे अपने कोल की है 56 तो 57 जाने लई +1 किता, सो 54 च +1 करो कितना हुंदा 55, 55 च +1 किता 56। सो अपना आंसर ठीक है कि इत्थे 55 आएगा। और तो बाद हुण ये क्वेश्चन दे विच अपने कोल एक सीरीज दी हुई है, तो उहदे बेसिस ते आपां ने आंसर दसना है। ਇਹਦੇ ਵਿੱਚ क्या होया है, देयर आर पेयर्स ऑफ एडजॉइनिंग फिगर्स विच ऐड अप टू 12। किन्ने पेयर्स है इन्हां विच दसो कि ऐसे किन्ने पेयर्स हैं कि अगर आप उन्होंने ऐड करांगे दोनों पेयर्स नू, पेयर्स मतलब कि नाल नाल किन्ने ऐसे नंबर है कि अगर आप दोनों नू ऐड करांगे तो 12 बनूगा। सब तो पहला देखो 8 ते 9 12 बनता है, 17 ठीक है नहीं, 9 ते 16 15 नहीं,
सो 6 ਤੇ 7 13 नहीं, 7 + 3 10 नहीं, 3 + 9 12। सो यानी कि ये अपने को एक पेयर हो गया। अगे ये तो देख लिया, हूँ नाल वाला भी देखना है, ठीक है, क्योंकि अपन पेयर क्या होया है। सो 3 + 9 पहला पेयर हो गया, तो सेकंड पेयर क्या हो गया 9 + 3, ठीक है। 3 + 7 10 होंदा है, 7 + 8 15 होंदा है, देन 8 + 3 11, 9 + 3 12। सो एक अपने को आ वाला पेयर होर आ गया, थर्ड पेयर अपना, ओके। और तो बाद 9 + 9 18, 9 + 5 14, 5 + 6 11, ठीक है। 9 6 + 3, देन 9 ਤੇ 3 कितने होंगे 12। सो अपने को लिख आ वाला फोर्थ पेयर आ गया। 9 ਤੇ 6 15, 9 ਤੇ 6 15, 9 ਤੇ 3 12। सो एक ही आ गया फिफ्थ पेयर। फिर 9 ਤੇ 3 12, सो एक ही आ गया अपने को सिक्स्थ पेयर। 9 ਤੇ 8 17, सो ये भी नहीं हैगा, ठीक है। सो टोटल अपने को कितने पेयर आ गए 6। सो इसका आंसर क्या आएगा डी। नेक्स्ट, किन्ने ऐसे थ्रीज हैं जिन्होंने 9 प्रोसीड ना करे। प्रोसीड मतलब की होंगे अगे आना। ऐसे थ्री जिन्हों के अगे 9 ना होवे बट वो 3 फॉलो करे 9 ਨੂੰ, मतलब ਉਹਦੇ ਪਿੱਛੇ 9 ਹੋਵੇ ਬਟ ਅੱਗੇ ਨਾ ਹੋਵੇ 9। ਹੁਣ ਇਹਨੂੰ ਤੁਸੀਂ ਯਾਦ ਕਿਵੇਂ ਰੱਖ ਸਕਦੇ ਹੋ ਫॉलो ਵਗੈਰਾ ਨੂੰ। ਜਿਵੇਂ ਆਪਾਂ ਕਹਿੰਦੇ ਆ ਨਾ ਕਿ ਕੋਈ ਅਗਰ ਤੁਹਾਡਾ ਪਿੱਛਾ ਕਰ ਰਿਹਾ ਤਾਂ ਆਪਾਂ ਕਹਿੰਦੇ ਆ ਨਾ ਕਿ ਡੋਂਟ ਫॉलो ਮੀ, ਕਿ ਮੇਰਾ ਪਿੱਛੇ ਨਾ, ਠੀਕ ਹੈ। ਸੋ ਐਵੇਂ ਯਾਦ ਰੱਖ ਸਕਦੇ ਹੋ। ਹੁਣ ਦੇਖੋ ਆਪਾਂ ਨੇ ऐसे 3 देखने जिहदे अगे 9 ना होवे बट पिछे 9 होवे। सो सब तो पहला 3 ते टारगेट करो। अगर आप पहला वाला देखिए अगे 9 नहीं हैगा पिछे 9 है, सो पहला ए वाला हो गया। और तो बाद आ 3 नु देखो अगे 9 है पिछे 7 है, सो ए वाला नहीं आएगा। हुण आ 3 देखो अगे 9 नहीं हैगा बट पिछे 9 है, सो सेकंड ग्रुप आ बन गया अपने को। थर्ड अगे 9 नहीं है पिछे 9 है, सो ये हो गया थर्ड। सो ये अगे भी 9 है पिछे भी 9 है, सो ये नहीं हो सकता, यानी कि अपने को आंसर क्या आएगा बी। ऐसे 3 अपने को पेयर्स हैं, ओके। सो नेक्स्ट क्वेश्चन करते हैं। कहंदा इन्हां विच दसो कि क्वेश्चन मार्क की जगह ते किहड़ा अपने को इन्हां विचों पेयर आएंगे। हुण देखो इनू करन दा सब तो बेस्ट मैथड पता है कि है, इहदी नंबरिंग कर लो, यानी कि 1 2 3 4 5 6 7 8 9 10 11 12 13 14 15 16 17 18 19 20 21 22 23 24 25 26 एंड 27, ओके। हुण अगर तुसी नंबरिंग करके करोगे ना गलती नहीं होगी तो ईजीली सॉल्व हो जाएगा। हुण सब तो पहला बी आर सी नू देखो, बी का नंबर की आया 1, आर का नंबर कितना आया 5 ते सी का नंबर कितना आया 4। इनू एवें लिखिया रहन दो। और तो बाद 8, 8 का नंबर है 2, एम का नंबर है 6, आर का नंबर है 5, ठीक है। ये देखना तुसी अगे। और तो बाद नेक्स्ट 4, 4 का नंबर है 3, 9 का नंबर है 7 ते एम का नंबर है 6, ठीक है। ये लिख लिया। हुण देखियो तुहाडी किन्ने ईजीली आंसर आऊगा, यानी कि आपां नूं 3 इत्थे चाहीदा नंबर, सो तिन्नां दा आंसर आऊगा। हुण अगर तुसी ध्यान नाल देखोगे इत्थे आया 1, इत्थे आया 2, इत्थे आया 3, तो इत्थे क्या होगा 4 आऊगा ना। सो 1 2 3 तो इत्थे क्या होगा 4। हुण 4 ते की अपने कोल सी, यानी कि इत्थे क्या होगा आंसर सी, ठीक है। और तो बाद सेकंड लेटर देखो 5 6 7, यानी कि इत्थे क्या होगा 8, ठीक है। सो 5 6 7 इत्थे क्या है 8। सो 8 ते की है पी, ओके। और तो बाद नेक्स्ट 4 5 6 तो इत्थे क्या होगा 7 आऊगा ना, अगर आप थर्ड लेटर नू देखांगे सीरीज दे। सो 7 ते अपने कोल की है 9, सो सी पी 9 आंसर आ गया, यानी कि सी। नेक्स्ट क्वेश्चन, इन्हां विचों केड़ा फोर्थ लेटर होगा 13th नंबर या लेटर तो अपने राइट तो, यानी कि तुसी राइट तो पहला 13th जेड़ा लेटर या नंबर है वो फाइंड करना है, फिर वो लेटर दे राइट तो तुसी फोर्थ लेटर या नंबर दसना है केड़ा है। सो राइट साइड आओगी लैफ्ट साइड आओगी, जिदा थोड़ा राइट हैंड है वो राइट साइड है, जिदा लैफ्ट हैंड है वो लैफ्ट साइड है। 13th देखो 1 2 3 4 5 6 7 8 9 10 11 12 13, सो यानी कि 13th जेड़ा लेटर राइट तो आया वो क्या आया मेरा ई। हुण मैं फोर्थ लेटर देखना राइट तो,
ई दे। सो राइट इधर हो गया। सो फोर्थ देखो 1 2 3 एंड 4। सो आंसर क्या आएगा? यू। सो आंसर इज बी। ठीक है, ओके। कोई कंफ्यूजन नहीं होनी चाहिए ਤੁਹਾਨੂੰ। आई होप ਤੁਹਾਨੂੰ समझ आ गया होगा। सो नैक्सट देखते हैं ਇਹਨਾਂ ਵਿੱਚੋਂ ਕਿਹੜੇ ਲੈਟਰਸ ਹੈ ਜਾਂ ਕਿਹੜਾ ਸੌਰੀ ਵਰਡ ਹੈ ਜਿਹੜਾ ਕਿ ਲੈਟਰਸ ਨੂੰ ਮਿਲਾ ਕੇ ਬਣ ਸਕਦਾ ਹੈ। ਸੋ ਕਿਹੜਾ ਵਰਡ ਹੈ ਦੇਖਦੇ हैं। ਸਭ ਤੋਂ ਪਹਿਲਾਂ ਐਸ਼ੋਰ। देखो ए है बट अपने को ਇਹਦੇ ਵਿੱਚ डबल एस नहीं हैगा, सो ये नहीं बन सकता। सैकेंड है मास्टर, MASTER, सो ये बन रहा है। सो इसका आंसर क्या आएगा? बी। नैक्सट देखो कहता अगर ये पॉसिबल होवे कि तुसी जेड़ा अपने कोल इंटरप्रिटेशन वर्ड दिता होया है ਉਹਦੇ फर्स्ट फोर्थ सैवंथ 11th जेड़ा लेटर है ਉਹਨੂੰ यूज करके एक वर्ड बना सकते हो। ठीक है, तो ਉਹਦਾ ਤੁਸੀਂ दसना है कि थर्ड लैटर वर्ड का केड़ा होगा। ठीक है, अगर ऐसे वर्ड्स एक तो ज्यादा बन रहे हैं तो थोड़ा आंसर एम होगा। अगर ऐसा कोई वर्ड बन ही नहीं रहा तो आंसर होगा एक्स। हुण सब तो पहला फर्स्ट लैटर केड़ा है? आई। फोर्थ लैटर 1 2 3 4, फोर्थ लैटर है ई। सैवंथ लैटर 5 6 7 आर। ठीक है, ते 11th लैटर 8 9 10 11, सो टी। ठीक है, सो ये आ गया। हुण आपां ने कोल ये देखना है कि इन्हां विचों किहड़े-किहड़े इहदे नाल वर्ड्स बन सकदे हैं। सो सब तो पहला वर्ड TIER। ठीक है, सेकंड इज RITE। देन थर्ड वर्ड अपने कोल की बन जूगा? TIRE। ठीक है, टीयर मतलब की होंदा है लैवल, जिवें आपां कहने कि एग्जाम दो टीयर्स च होना है, मतलब लैवल्स च होना है। राइट मतलब होंदा है कि केड़ी केड़ी सैरेमनीज होंदी है। टायर मतलब होंदा है थकना। ठीक है, सो यानी कि अपने को ऐसे 3 वर्ड बन गए। ठीक है, सो इसका आंसर क्या आएगा? सी, दैट इज एम, क्योंकि अपने को एक तो ज्यादा वर्ड बन गया ना। वो तो बाद हुण अपने को इत्थे वर्ड्स सॉरी वर्ड्स दिते हुए हैं कुछ, ते उन्हां नूं आपां ने एवें अरेंज करना है जिवें डिक्शनरी च हुंदा है, मतलब ऑर्डर दे विच करना आपां ने। सो ਇਹਦਾ ਆਪਾਂ ਪਹਿਲਾਂ फर्स्ट लैटर देखांगे सेम है, फिर सेकंड लैटर। सो सेकंड अपने को लैटर देखो ऐसा केड़ा लैटर है इन्हां चारां च सेकंड नंबर ते जेड़ा कि सब तो पहला होगा। अगर आप ABCD दे विच देखिए तो सब तो पहला अपने को L आंदा है ना, फिर L M N आंदा है, फिर ते उस तो बाद आंदा अपने को V। यानी कि अपने को पहला फर्स्ट आऊगा, उस तो बाद थर्ड फोर्थ च आपां नूं चैक करना पऊगा ते लास्ट च सेकंड आऊगा। सो अपने को ये सीरीज बन गई। ठीक है, इत्थे थर्ड ते फोर्थ का कंफ्यूजन है वो आपां नेक्स्ट लैटर तो चैक करांगे। सो देखो इस च L है, इस च O है। सो L अगर आपां ABCD देखिए L M N O, यानी कि L पहला आंदा है ते O बनदा है बाद च। सो यानी कि थर्ड पहला आऊगा ते वो तो बाद आऊगा फोर्थ। सो अपने को ਇਹਦਾ आंसर क्या होगा? A। ਉਹ ਤੋਂ ਬਾਅਦ ਨੈਕਸਟ ਹੈ ਕੋਈ ਕੋਡ ਹੈ, ਉਹਦੇ ਵਿੱਚ ਆਪਣੇ ਕੋਲ ਜਿਹੜਾ ਪਲੀਡਿੰਗ ਹੈ ਉਹਨੂੰ ਕਿਵੇਂ ਲਿਖਿਆ ਹੋਇਆ ਆਪਾਂ ਨੇ? FMHCQMFB। ਤਾਂ ਦੱਸੋ ਸ਼ੋਲਡਰ SHOULDER ਇਹਨੂੰ ਆਪਾਂ ਕਿਵੇਂ ਲਿਖਾਂਗੇ? ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚ ਫਾਈਂਡ ਕਰਨਾ ਹੈ ਕਿ ਇਹਨੂੰ ਲਿਖਿਆ ਕਿਵੇਂ ਹੋਇਆ। ਸੋ ਆਟੋਮੈਟਿਕਲੀ ਆਪਾਂ ਨੂੰ ਇਹਦਾ ਵੀ ਪਤਾ ਲੱਗ ਜਾਊਗਾ। सो इनू करन दा सब तो बेस्ट तरीका हुंदा है कि करो नंबरिंग। ठीक है, सो नंबरिंग करते हैं 16। अगर आप देखिए तो तुसी चैनल दे उपर एक ट्रिक्स वाली वीडियो अवेलेबल है कोडिंग डिकोडिंग दी, सो तुसी वो देख सकते हो। ठीक है, उहदे विच सारा दस्सिया है कि किवें देखदे हैं आपां। सो 16 L हुंदा है 12, E हुंदा है 5, A हुंदा है 1, यानी कि आपां A नू 1 लैने हैं ते Z नू 26 लैने हैं। ठीक है, D हुंदा है 4, I हुंदा है 9, N हुंदा है 14 ते G हुंदा है 7। सो F हुंदा है 6, M हुंदा है 13, H हुंदा है 8, C हुंदा है 3, Q हुंदा है 17, M हुंदा है 13, F हुंदा है 6 ते B हुंदा है 2। ठीक है, हुण आपां ने इहदे विच नंबरिंग लिख ली। हुण आपां इहनूं करदे हां कि की रिलेशन है। देखो अगर तुसीं देखोगे इत्थे 1 आ रहा है ते 1 दे नाल इत्थे नज़दीक तुहानूं की लग रहा है? 3 भी है, ते अगर आप होर नज़दीक देखिए तो 2 लग रहा है। ठीक है, सो अगर मैं देखा
कि ਇਹਦਾ ਇਹਦੇ ਨਾਲ ਕੀ ਰਿਲੇਸ਼ਨ ਬਣ ਰਿਹਾ ਹੈ ਕਿ +1 ਹੋ ਰਿਹਾ ਹੈ। ਸੋ ਮੈਂ ਨੈਕਸਟ ਚੈੱਕ ਕਰਦੀ ਹਾਂ, ਇੱਥੇ ਕੀ ਹੈ 5 ਤੇ ਇੱਥੇ ਹੈ 6, ਸੋ ਇਹਦਾ ਵੀ ਇਹਦੇ ਨਾਲ ਐਵੇਂ ਬਣ ਰਿਹਾ +1 ਹੋ ਰਿਹਾ, ਠੀਕ ਹੈ। ਤੇ ਇਹਦਾ ਵੀ ਇਹਦੇ ਨਾਲ ਐਵੇਂ ਬਣ ਰਿਹਾ +1 ਹੋ ਰਿਹਾ, ਤੇ P ਦਾ ਵੀ Q ਨਾਲ ਐਵੇਂ ਬਣ ਰਿਹਾ +1 ਹੋ ਰਿਹਾ। यानी कि ਜਿਹੜੇ ਆ ਚਾਰ ਮੁਰਲੇ ਆਪਣੇ ਕੋਲ ਲੈਟਰਸ ਨੇ, ਇਹਨਾਂ ਦੇ ਜਿਹੜੇ ਚਾਰ ਐਂਡਲੇ ਲੈਟਰਸ ਨੇ ਉਹਨਾਂ ਨਾਲ ਰਿਲੇਸ਼ਨ ਬਣ ਰਿਹਾ +1 ਕਰਕੇ ਕਰ ਰਹੇ ਆ, ठीक है। यानी कि ਜਿਹੜਾ ਇੱਧਰ ਪਹਿਲਾ ਆਊਗਾ S ਦੇ ਵਿੱਚ +1 ਕਰ ਦੋ, ठीक है। S ਤੋਂ ਬਾਅਦ ਕੀ ਆਉਂਦਾ ਹੈ T, ਸੋ यानी कि ਇੱਥੇ ਕੀ ਆਊਗਾ ਆਪਣੇ ਕੋਲ T। H ਤੋਂ ਬਾਅਦ ਕੀ ਆਉਂਦਾ ਹੈ I, ਸੋ ਇੱਥੇ ਕੀ ਆਊਗਾ I। O ਤੋਂ ਬਾਅਦ ਕੀ ਆਉਂਦਾ ਹੈ P, U ਤੋਂ ਬਾਅਦ ਕੀ ਆਉਂਦਾ ਹੈ V, ਸੋ ਆਪਣੇ ਕੋਲ ਐਵੇਂ ਆ ਗਿਆ +1 ਕਰਤਾ, ठीक है ਆਪਾਂ ਨੇ। ਉਹ ਤੋਂ ਬਾਅਦ ਹੁਣ ਇਹਨਾਂ ਦਾ ਰਿਲੇਸ਼ਨ ਦੇਖਣਾ ਹੈ, ਇਹਦੇ ਨਾਲ ਕੀ ਬਣਦਾ ਹੈ, ਦੇਖੋ D ਦਾ ਬਣਦਾ ਹੈ ਇਹ ਵਾਲੇ ਲੈਟਰ ਨਾਲ C ਨਾਲ, ਯਾਨੀ ਕਿ -1, ਐਵੇਂ I ਦੇ ਵਿੱਚ H -1 ਕੀਤਾ, N ਦਾ M ਨਾਲ -1 ਕੀਤਾ ਤੇ G ਦਾ F ਨਾਲ -1 ਕੀਤਾ। ਹੁਣ ਇੱਥੇ ਕਰਨਾ ਆਪਾਂ ਨੇ -1, ਯਾਨੀ ਕਿ ਜਿਹੜਾ ਇਹ ਵਾਲਾ ਹੈ ਇਹਨੂੰ ਸਭ ਤੋਂ ਪਹਿਲਾਂ ਲਿਖਣਾ, ਜਿਹੜਾ ਸਭ ਤੋਂ ਐਂਡ 'ਚ ਹੈ। ਸੋ R ਤੋਂ ਪਹਿਲਾਂ ਕੀ ਆਉਂਦਾ ਆਪਣੇ ਕੋਲ Q, ठीक है। सो ਇੱਥੇ ਕੀ ਆਊਗਾ Q। E ਤੋਂ ਪਹਿਲਾਂ ਕੀ ਆਉਂਦਾ ਆਪਣੇ ਕੋਲ A B C D, ठीक है। सो ਇੱਥੇ ਕੀ ਆਏਗਾ D। ਦੈਨ D ਤੋਂ ਪਹਿਲਾਂ ਕੀ ਆਉਂਦਾ C, ਤੇ L ਤੋਂ ਪਹਿਲਾਂ ਕੀ ਆਉਂਦਾ K, ठीक है। सो अपना आंसर ये आऊगा Q D C K T I P V। ਤੁਸੀਂ ਨੰਬਰਿੰਗ ਕਰਕੇ ਵੀ ਕਰ ਸਕਦੇ ਹੋ, ਜਿਵੇਂ ਤੁਹਾਨੂੰ ਸਹੀ ਲੱਗੇ ਉਵੇਂ ਤੁਸੀਂ ਕਰ ਸਕਦੇ ਹੋ, ਠੀਕ ਹੈ। ਮੈਂ ਤੁਹਾਨੂੰ ਦੋਨੋਂ ਮੈਥਡ ਸਿਖਾਤੇ। ਸੋ Q D C K T I P V ਇਹ ਆंसर ਹੈ। ਸੋ ਨੈਕਸਟ ਕੁਐਸਚਨ ਹੈ ਕਿ ਡਿਸਟੈਂਸ ਨੂੰ ਆਪਾਂ ਨੇ ਇਸ ਤਰੀਕੇ ਨਾਲ ਲਿਖਿਆ ਹੋਇਆ ਹੈ ਤੇ ਡਾਕੂਮੈਂਟ ਨੂੰ ਆਪਾਂ ਨੇ ਐਵੇਂ ਲਿਖਿਆ ਹੋਇਆ ਹੈ, ਤਾਂ ਦੱਸੋ ਥਰਸਡੇ ਨੂੰ ਕਿਵੇਂ ਲਿਖਾਂਗੇ। ਸੋ ਆਪਾਂ ਇਹਨੂੰ ਡਿਸਟੈਂਸ ਨੂੰ ਲਿਖ ਲੈਣੇ ਪਹਿਲਾਂ, ठीक है। ਉੱਥੋਂ ਦੇਖਦੇ ਹਾਂ ਕਿ ਆਪਣੇ ਕੋਲ ਆਨਸਰ ਆ ਰਿਹਾ ਹੈ, ਅਗਰ ਨਹੀਂ ਆਊਗਾ ਤਾਂ ਆਪਾਂ ਦੂਜੇ ਨੂੰ ਵੀ ਫਿਰ ਯੂਜ਼ ਕਰਾਂਗੇ। ਤੇ ਡਾਕੂਮੈਂਟ ਨੂੰ ਆਪਾਂ ਹਲੇ ਸਾਈਡ ਤੇ ਰੱਖਦੇ ਹਾਂ ਤੇ ਇੱਥੇ ਥਰਸਡੇ ਨੂੰ ਦੇਖਦੇ ਹਾਂ ਕਿ ਕਿਵੇਂ ਲਿਖ ਸਕਦੇ ਹਾਂ। ਹੁਣ ਆਪਾਂ ਇੱਥੇ ਲੌਜਿਕ ਦੇਖਦੇ ਹਾਂ, ਠੀਕ ਹੈ, ਤੁਹਾਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਮੈंने ਦੋਨੋਂ ਹੀ ਲਿਖ ਲਏ। ਸੋ ਦੇਖੋ ਸਭ ਤੋਂ ਪਹਿਲਾਂ ਤੁਸੀਂ ਪਹਿਲੇ ਦੋ ਲੈਟਰਸ ਦੇਖੋਗੇ ਤੇ ਇਹਦੇ ਦੋ ਲੈਟਰਸ ਦੇਖੋਗੇ ਤਾਂ ਤੁਹਾਨੂੰ ਦਿਖੂਗਾ ਕਿ ਇੰਟਰਚੇਂਜ ਕੀਤੇ ਹੋਏ ਆ। ਸਿਮਿਲਰਲੀ ਇਹਦੇ ਵਿੱਚ ਵੀ ਇਹਨਾਂ ਨੇ ਐਵੇਂ ਕੀਤਾ ਹੋਇਆ ਹੈ। ਸੋ मतलब ਆਪਾਂ ਨੂੰ ਪਤਾ ਲੱਗ ਗਿਆ ਕਿ ਪਹਿਲੇ ਦੋ ਲੈਟਰਸ ਨੂੰ ਇੰਟਰਚੇਂਜ ਕਰਨਾ। ਸੋ ਇੱਥੇ H ਆਊਗਾ, ਇੱਥੇ ਆਊਗਾ T, ठीक है। ਸੋ ਇਹਦੇ ਨਾਲ ਆਪਣਾ ਜਿਹੜਾ ਆਪਸ਼ਨ A ਹੈ ਉਹ ਐਲੀਮੀਨੇਟ ਹੋ ਗਿਆ, ਆਪਾਂ ਨੂੰ ਪਤਾ ਲੱਗ ਗਿਆ ਵੀ ਐਵੇਂ ਆਣਾ। ਉਹਦੋਂ ਬਾਅਦ ਨੈਕਸਟ ਹੁਣ ਤੁਸੀਂ ਅਗਰ ਪਿਛਲੇ ਤਿੰਨ ਲੈਟਰਸ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ C ਨੂੰ C ਐਵੇਂ ਲਿਖ ਲਿਆ, E ਨੂੰ N ਦੀ ਬਜਾਏ ਲਿਖ ਲਿਆ ਤੇ N ਨੂੰ E ਦੀ ਬਜਾਏ, मतलब ਇਹਨੂੰ ਵੀ ਐਵੇਂ ਇੰਟਰਚੇਂਜ ਕੀਤਾ ਹੈ। ਸੋ ਇਹਦੇ ਵਿੱਚ ਦੇਖਦੇ ਹਾਂ ਕਿ ਕੀ ਐਵੇਂ ਕੀਤਾ ਹੋਇਆ ਪਿਛਲੇ ਤਿੰਨ ਲੈਟਰਸ ਨਾਲ, ठीक है, ठीक है। ਸੋ ਇਹਦੇ ਵਿੱਚ ਵੀ ਐਵੇਂ ਆਊਗਾ, A ਦੀ ਬਜਾਏ A ਆਊਗਾ, ਜਿੱਥੇ D ਹੈ ਉੱਥੇ Y ਆਊਗਾ ਤੇ ਜਿੱਥੇ Y ਹੈ ਉੱਥੇ D ਆਊਗਾ। ਸੋ ਪਿੱਛੇ ਕੀ ਆਊਗਾ YAD। ਸੋ YAD यानी कि C ऑप्शन भी अपना उड़ गया। ਹੁਣ ਮੇਨ ਰਹਿ ਗਏ 3 ਲੈਟਰਸ ਵਿਚਲੇ ਕਿ ਇਹਨਾਂ ਵਿੱਚ ਕੀ ਰਿਲੇਸ਼ਨ ਹੈ। ਹੁਣ ਦੇਖੋ S ਤੋਂ ਬਾਅਦ ਆ ਰਿਹਾ ਹੈ T, मतलब +1 ਹੋ ਰਿਹਾ। ਅਗਰ ਤੁਸੀਂ ਦੇਖੋਗੇ ਤਾਂ S ਤੋਂ ਬਾਅਦ T ਆਉਂਦਾ ਹੈ, ਅਗਰ ਤੁਸੀਂ ਅਲਫਾਬੈਟਿਕਲੀ ਇਹਨਾਂ ਨੂੰ ਦੇਖੋਗੇ, ठीक है। T ਤੋਂ ਬਾਅਦ ਆ ਰਿਹਾ U, ਸੋ +1 ਹੋ ਰਿਹਾ, ਤੇ A ਤੋਂ ਬਾਅਦ ਆ ਰਿਹਾ B, ਸੋ +1। ਐਵੇਂ C ਤੋਂ ਬਾਅਦ D +1, U ਤੋਂ ਬਾਅਦ V ਆਉਂਦਾ ਹੈ, ਸੋ +1, M ਤੋਂ ਬਾਅਦ N ਆਉਂਦਾ ਹੈ, ਸੋ +1, ठीक है। यानी कि ਇਹਨਾਂ ਤੋਂ ਅਗਲਾ ਅਗਲਾ ਲੈਟਰ ਲਿਖਣਾ ਹੈ। U ਤੋਂ ਬਾਅਦ V ਆਊਗਾ, R ਤੋਂ ਬਾਅਦ S ਆਊਗਾ ਤੇ S ਤੋਂ ਬਾਅਦ ਆਊਗਾ T, ठीक है। सो VST यानी कि अपना आंसर क्या होगा D, ठीक है। आई होप ਤੁਹਾਨੂੰ ਸਮਝ ਆ ਗਿਆ ਹੋਗਾ। ਬੇਸਿਕਲੀ ਕੋਡਿੰਗ ਡਿਕੋਡਿੰਗ ਚ ਤੁਸੀਂ ਲੌਜਿਕ ਦੇਖਣਾ ਹੈ ਕਿ ਕਿਵੇਂ ਲਗਾਇਆ ਹੋਇਆ ਹੈ। ਉਹ ਤੋਂ ਬਾਅਦ ਨੈਕਸਟ ਹੈ, ਹੁਣ ਇਹਦੇ ਵਿੱਚ ਉਹਨੇ ਕਿਹਾ ਹੈ ਕਿ ਜ਼ੀਰੋਕਸ ਕਾਪੀ ਆਫ ਬਿਲ ਵਾਸ ਸੈਂਟ ਨੂੰ ਆਪਾਂ ਨੇ ਇਸ ਤਰੀਕੇ ਨਾਲ ਕੋਡਿੰਗ ਕੀਤੀ ਹੈ, ਤਾਂ ਇਹਦੇ ਬੇਸਿਸ ਤੇ ਦੱਸੋ ਕਿ ਇਹਦਾ ਕੀ ਆਊਗਾ ਆਨਸਰ। ਸੋ ਆਪਣੇ ਕੋਲ ਪੁੱਛਿਆ ਹੋਇਆ ਵਾਟਰ ਦਾ। ਹੁਣ ਇਹਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ, W ਨੂੰ ਇੱਥੇ ਕਿਵੇਂ ਰਿਪਰੈਜ਼ੈਂਟ ਕੀਤਾ ਹੋਇਆ ਬਸ ਉਵੇਂ ਦੇਖਣਾ ਹੈ, ਠੀਕ ਹੈ। ਸੋ ਦੇਖਦੇ ਹਾਂ, ਦੇਖੋ ਹੁਣ ਇਹ ਪਤਾ ਕਿਵੇਂ ਲੱਗੂਗਾ। ਅਗਰ ਤੁਸੀਂ ਇਹਦੇ ਵਿੱਚ ਕੋਈ ਕਾਮਨ ਲੈਟਰ ਦੇਖ ਲਓ, ਜਿਵੇਂ O ਹੈ, ਦੇਖੋ O ਨੂੰ ਕਿਵੇਂ ਰਿਪਲੇਸ ਕੀਤਾ ਹੋਇਆ ਹੈ। O ਨੂੰ ਅਗਰ ਆਪਾਂ ਦੇਖੀਏ ਤਾਂ ਇੱਥੇ Q ਲਿਖਿਆ ਹੋਇਆ ਹੈ, ਠੀਕ ਹੈ। ਜਿਵੇਂ X ਲਈ Z ਯੂਜ਼ ਕੀਤਾ ਹੈ, E ਦੇ ਲਈ G ਯੂਜ਼ ਕੀਤਾ ਹੈ, R ਦੇ ਲਈ T ਕੀਤਾ ਹੈ, ਐਵੇਂ O ਦੇ ਲਈ Q ਕੀਤਾ ਹੈ, ठीक है। कॉपी आ सेकंड वर्ड, ਇਹਦਾ ਵੀ सेकंड वर्ड देखो, सेकंड लेटर ਇਹਦਾ ਕੀ ਹੈ Q, सो O ਦੀ ਬਜਾਏ Q ਇੱਥੇ ਵੀ ਆ ਗਿਆ। ਤੇ
थर्ड ਦੇ ਵਿੱਚ ਆਫ ਹੈ QH ਲਿਖਿਆ ਹੈ ਸੋ ਇੱਥੇ ਵੀ ਆ ਗਿਆ ਸੋ ਆਪਾਂ ਨੂੰ ਸ਼ੋਰਿਟੀ ਹੋ ਗਈ ਕਿ ਜਿਹੜਾ ਲੈਟਰ ਹੈ ਉਹਦੇ ਲਈ ਇਹਨਾਂ ਨੇ ਇੱਕ ਵਰਡ ਨਾਲ ਉਹਨੂੰ ਇੱਕ ਲੈਟਰ ਨਾਲ ਉਹਨੂੰ ਇਹਨਾਂ ਨੇ ਰਿਪਲੇਸ ਕੀਤਾ ਹੋਇਆ ਸੇਮ ਲੈਟਰ ਨਾਲ ਸੋ W ਦੇਖੋ ਸੋ ਦੇਖੋ ਅਗਰ ਆਪਾਂ ਇਹਦੇ ਵਿੱਚ सेकेंड लास्ट वर्ड देखिए was है सो ਉਹਦੇ ਵਿੱਚ W है सो ਇਹਦਾ ਵੀ सेकेंड लास्ट वर्ड देखो ठीक है सो ਜਿੱਥੇ W यूज ਕੀਤਾ ਹੈ ਉੱਥੇ ਦੇਖੋ ਕਿਹੜਾ ਲੈਟਰ ਹੈ Y ਸੋ W ਨੂੰ ਰਿਪਲੇਸ ਕਰਾਂਗੇ ਆਪਾਂ Y ਦੇ ਨਾਲ ਸੋ ਜਿਵੇਂ ਹੀ ਆਪਾਂ ਨੇ Y ਲਿਖਿਆ ਆਪਾਂ ਨੂੰ ਪਤਾ ਲੱਗ ਜੂ ਵੀ ਆਨਸਰ ਆਏਗਾ B ਇੱਕ ਵਾਰ ਆਪਾਂ ਫਿਰ ਵੀ ਚੈੱਕ ਕਰ ਲੈਣੇ ਆ ਜਿਵੇਂ A ਹੈ ਹੁਣ W ਦੇ ਨਾਲ ਹੀ A ਹੈ ਤੇ Y ਦੇ ਨਾਲ ਜਿਹੜਾ ਲੈਟਰ ਹੈ C ਸੋ ਇੱਥੇ ਆਊਗਾ C ਸੋ ਇੱਥੇ ਵੀ C ਆ ਰਿਹਾ ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਠੀਕ ਹੈ ਬਾਕੀ ਦੇ ਲੈਟਰਸ ਐਵੇਂ ਲਿਖ ਸਕਦੇ ਆ ਉਹਦੇ ਬਾਅਦ ਨੈਕਸਟ ਆਪਣੇ ਕੋਲ ਹੈ ਬਲਿਸਟ ठीक है ਹੁਣ ਦੇਖੋ ਇਹਦੇ ਵਿੱਚ ਕੀ ਹੈ B ਹੈਗਾ ਆਹ ਜਿਵੇਂ ਫਰਸਟ ਸੈਕਿੰਡ ਥਰਡ ਫੋਰਥ ਵਰਡ ਦੇਖੋ ਫਰਸਟ ਸੈਕਿੰਡ ਥਰਡ ਫੋਰਥ ਸੋ ਫਰਸਟ ਉਹਦਾ ਲੈਟਰ ਹੈ ਯਾਨੀ ਕਿ B ਨੂੰ ਰਿਪਲੇਸ ਕਰਾਂਗੇ D ਦੇ ਨਾਲ ਠੀਕ ਹੈ L ਨੂੰ ਰਿਪਲੇਸ ਕਰਾਂਗੇ N ਦੇ ਨਾਲ I ਨੂੰ ਰਿਪਲੇਸ ਕਰਾਂਗੇ K ਦੇ ਨਾਲ S ਹੈ ਲਾਸਟ ਵਰਡ ਦੇ ਵਿੱਚ ਸੋ S ਨੂੰ ਰਿਪਲੇਸ ਕਰਾਂਗੇ U ਦੇ ਨਾਲ ਤੇ T ਨੂੰ ਰਿਪਲੇਸ ਕਰਾਂਗੇ V ਦੇ ਨਾਲ ਯਾਨੀ ਕਿ D N K U V ਸੋ ਇਹਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਕੋਈ ਵੀ ਆਨਸਰ ਨਹੀਂ ਆ ਰਿਹਾ ਇਹ ਕੁਐਸਚਨ ਬੇਸਿਕਲੀ ਗਲਤ ਸੀਗਾ ਠੀਕ ਹੈ ਇਹਦੇ ਵਿੱਚ C ਆਪਸ਼ਨ ਤਾਂ ਕਰੈਕਟ ਹੁੰਦਾ ਅਗਰ ਇੱਥੇ U V ਲਿਖਿਆ ਹੁੰਦਾ ਨਾ ਕਿ V U ਸੋ ਓਵਰਆਲ ਜਿਹੜਾ ਇਹ ਆਨਸਰ ਹੈ ਇਹ ਕੁਐਸਚਨ ਹੈ ਸੌਰੀ ਉਹ ਗਲਤ ਹੈ ਇਹਦਾ ਆਨਸਰ ਆ ਵਾਲਾ ਕਰੈਕਟ ਆਏਗਾ ਉਸ ਤੋਂ ਬਾਅਦ ਨੈਕਸਟ ਹੈ ক্লোਜ਼ ਸੋ ক্লোਜ਼ ਦਾ ਵੀ ਸਿਮਿਲਰਲੀ ਉਵੇਂ ਲਿਖਣਾ ਹੈ ਹੁਣ C ਦੇਖੋ ਕਿੱਥੇ ਹੈ ਆ ਰਿਹਾ ਸੈਕਿੰਡ ਵਰਡ ਚ ਹੈ ਸੋ ਸੈਕਿੰਡ ਵਰਡ ਚ ਪਹਿਲਾ ਕੀ ਹੈ E then L ਬਿਲ ਦੇ ਵਿੱਚ L ਹੈ ਸੋ ਅਗਰ ਆਪਾਂ ਦੇਖੀਏ ਇੱਥੇ ਕੀ ਆਊਗਾ N ਠੀਕ ਹੈ O ਦਾ ਆਪਾਂ ਨੇ ਕੀਤਾ ਇਸੇ ਕੀ ਹੈ Q then S ਲਾਸਟ ਵਰਡ ਚ ਦੇਖੋ ਪਹਿਲਾ ਲੈਟਰ ਹੈ S ਸੋ ਇਹਦਾ ਰਿਪਲੇਸ ਕਰਾਂਗੇ U ਦੇ ਨਾਲ then E ਨੂੰ ਰਿਪਲੇਸ ਕਰਾਂਗੇ G ਦੇ ਨਾਲ ਸੋ ENQ UG यानी कि आंसर आएगा A ठीक है सो दैट्स ऑल फॉर टुडे ਜਿਹੜੇ ਬਾਕੀ ਦੇ ਕੁਐਸਚਨਸ ਹੈ ਉਹ ਆਪਾਂ ਨੈਕਸਟ ਪਾਰਟ ਚ ਡਿਸਕਸ ਕਰਾਂਗੇ ਹੁਣ ਤੁਸੀਂ ਇਹਨਾਂ ਦੀ ਅੱਛੇ ਤਰੀਕੇ ਨਾਲ ਪ੍ਰੈਕਟਿਸ ਕਰੋ ਅੱਜ ਆਪਾਂ ਨੇ ਕਾਫੀ ਟਾਈਪ ਦੇ ਕੁਐਸਚਨਸ ਦੇਖੇ ਤੇ ਇਸ ਤਰੀਕੇ ਦੇ ਕੁਐਸਚਨਸ ਵੀ ਤੁਹਾਨੂੰ ਵੀ ਪੇਪਰ ਚ ਪੁੱਛੇ ਜਾਣਗੇ ਓਕੇ ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ ਅੱਜ ਲਈ ਇੰਨਾ ਹੀ ਥੈਂਕ ਯੂ ਸੋ ਮਚ